ਹੈਲੋ एवरीवन ਵੈਲਕਮ ਟੂ ਦੇਸੀ ਕਲੋਜ਼ ਲੁੱਕ। ਦੇਸੀ ਕਲੋਜ਼ ਲੁੱਕ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਦਿਲੋਂ ਸਵਾਗਤ ਕਰਦੇ ਹਾਂ। ਅੱਜ ਦਾ ਪ੍ਰੋਗਰਾਮ ਬੜਾ ਹੀ ਖਾਸ ਪ੍ਰੋਗਰਾਮ ਹੈ। ਵੈਲੈਂਟਾਈਨਸ ਡੇ ਵੀ ਆ ਰਿਹਾ ਹੈ ਅਤੇ ਅਸੀਂ ਸੋਚਿਆ ਕਿ ਇਸ ਮੌਕੇ ਤੇ ਕਿਉਂ ਨਾ ਇੱਕ ਖਾਸ ਰਿਸ਼ਤੇ ਦੇ ਬਾਰੇ ਗੱਲ ਕੀਤੀ ਜਾਏ। ਇਹ ਰਿਸ਼ਤਾ ਤੁਹਾਡੇ ਪਾਸ ਵੀ ਹੈ, ਲੇਕਿਨ ਕੀ ਅਸੀਂ ਉਸ ਰਿਸ਼ਤੇ ਤੋਂ ਜਾਣੂ ਹਾਂ? ਉਸ ਰਿਸ਼ਤੇ ਨੂੰ ਪਹਿਚਾਨਣ ਵਾਸਤੇ ਕੀ ਜਾਣਨ ਦੀ ਲੋੜ ਹੈ? ਕੀ ਤੁਹਾਨੂੰ ਕਿਸੇ ਨਾਲ ਗੱਲਬਾਤ ਕਰਨ ਦੀ ਲੋੜ ਹੈ? ਮੈਂ ਜ਼ਿਆਦਾ ਪਹੇਲੀਆਂ ਨਹੀਂ ਬੁਝਾਉਂਗੀ, ਕਿਉਂਕਿ ਅਕਸਰ ਕੀ ਹੁੰਦਾ ਕਿ ਵੈਲੈਂਟਾਈਨਸ ਡੇ 'ਤੇ ਤੁਸੀਂ ਗਿਫਟ ਲੈਂਦੇ ਹੋ ਆਪਣੇ ਚਹੇਤੇ ਵਾਸਤੇ, the special person in your life, someone you really love from the bottom of your heart, and there are lots of people, ਕਾਫੀ ਸਾਰੇ ਲੋਕ ਨੇ ਜਿਹੜੇ ਸਿੰਗਲ ਵੀ ਨੇ। ਹੁਣ ਉਹ ਬੜਾ ਲੋਨਲੀ ਵੀ ਫੀਲ ਕਰਦੇ ਹੋਣਗੇ, ਰਾਈਟ? ਕਿ ਵੈਲੈਂਟਾਈਨਸ ਡੇ ਅਸੀਂ ਕਿਸ ਵਾਸਤੇ ਕੀ ਲਈਏ, ਚਾਕਲੇਟਸ ਕਿਸ ਨੂੰ ਦੇਣੀਆਂ ਨੇ, ਫੁੱਲ ਕਿਸ ਨੂੰ ਦੇਣੇ ਨੇ। ਬਟ ਦੇਰ ਇਜ਼ ਅ ਪਰਸਨ ਇਨ ਯੋਰ ਲਾਈਫ ਜਿਸ ਨਾਲ ਇਹ ਰਿਸ਼ਤਾ ਤੁਸੀਂ ਵੈਲੈਂਟਾਈਨਸ ਡੇ ਤੋਂ ਸ਼ੁਰੂ ਕਰਨਾ ਹੈ। ਉਹ ਹੈ ਤੁਹਾਡਾ ਰਿਸ਼ਤਾ ਆਪਣੇ ਆਪ ਨਾਲ। ਜ਼ਿੰਦਗੀ ਦੇ ਵਿੱਚ ਕਈ ਵਾਰੀ ਅਸੀਂ ਦੂਸਰੇ ਰਿਸ਼ਤਿਆਂ 'ਤੇ ਜਾਂ ਉਹਨਾਂ ਤੋਂ ਮਿਲਣ ਵਾਲੀ ਖੁਸ਼ੀ 'ਤੇ ਇੰਨਾ ਜ਼ਿਆਦਾ ਫੋਕਸ ਕਰਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਪਹਿਚਾਣਦੇ ਹੀ ਨਹੀਂ, ਕਿਉਂਕਿ ਇਹ ਪਿਆਰ ਜਿਸ ਦੀ ਆਸ ਅਸੀਂ ਦੂਸਰਿਆਂ 'ਤੇ ਰੱਖਦੇ ਹਾਂ, ਇਹ ਪਿਆਰ ਆਪਣੇ ਅੰਦਰ ਵੀ ਹੈ। ਲੇਕਿਨ ਇਸ ਨੂੰ ਪਹਿਚਾਨਣ ਵਾਸਤੇ ਆਪਣੇ ਆਪ ਨਾਲ ਰਿਸ਼ਤਾ ਕਾਇਮ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਉਹ ਚਲਾ ਗਿਆ ਹੈ, ਤੁਹਾਨੂੰ ਛੱਡ ਗਿਆ ਹੈ, ਤੁਹਾਨੂੰ ਸੈਪਰੇਸ਼ਨ ਹੋ ਗਿਆ, ਡਿਵੋਰਸ ਹੋ ਗਿਆ, ਜਾਂ ਉਹ ਬੰਦਾ ਹੁਣ ਜ਼ਿੰਦਗੀ ਵਿੱਚ ਨਹੀਂ ਹੈ, ਦੁਨੀਆ ਵਿੱਚ ਨਹੀਂ ਹੈ, ਤਾਂ ਤੁਸੀਂ ਇੱਕਦਮ ਗੁਆਚ ਜਾਂਦੇ ਹੋ। ਕਈ ਵਾਰੀ ਡਿਪਰੈਸ਼ਨ 'ਚ ਵੀ ਚਲੇ ਜਾਂਦੇ ਹੋ ਐਂਡ ਤੁਸੀਂ ਸੋਚਦੇ ਹੋ ਕਿ ਮੇਰੀ ਖੁਸ਼ੀ ਗਈ, ਬਸ ਮੇਰੇ ਜੀਣ ਦਾ ਕੋਈ ਮਕਸਦ ਨਹੀਂ, ਹੁਣ ਜੀ ਕੇ ਵੀ ਕੀ ਕਰਨਾ ਹੈ। ਜਿੰਨੇ ਮੇਰੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਸਨ, ਜਿੰਨੇ ਮੈਨੂੰ ਖੁਸ਼ੀ ਦੇਣੀ ਸੀ, ਉਹੀ ਨਹੀਂ ਰਿਹਾ। ਲੇਕਿਨ ਇਹ ਜ਼ਰੂਰਤਾਂ ਤੁਸੀਂ ਆਪਣੀਆਂ ਖੁਦ ਪੂਰੀਆਂ ਕਰ ਸਕਦੇ ਹੋ। ਇਹ ਗਿਫਟ ਤੁਸੀਂ ਆਪਣੇ ਆਪ ਨੂੰ ਦੇਣਾ ਹੈ ਇਸ ਵੈਲੈਂਟਾਈਨਸ ਡੇ 'ਤੇ। ਗੱਲ ਰਿਸ਼ਤੇ ਦੀ ਹੋਵੇ, ਪਿਆਰ ਮੁਹੱਬਤ ਦੀ ਹੋਵੇ, ਜੀਵਨ ਦੀ ਹੋਵੇ ਜਾਂ ਮੌਤ ਦੀ ਹੋਵੇ, ਜਦੋਂ ਅਸੀਂ ਹਕੀਕਤ ਰੂਪ ਵਿੱਚ ਉਸ ਚੀਜ਼ ਨੂੰ, ਉਸ ਰਿਸ਼ਤੇ ਨੂੰ ਅਹਿਸਾਸ ਉਸਦਾ ਕਰਦੇ ਹਾਂ, ਉਸ ਨੂੰ ਜਾਣਨ ਲੱਗਦੇ ਹਾਂ, ਤਾਂ ਸਾਨੂੰ ਉਸ ਨਾਲ ਜੁੜਨ ਦਾ ਅੱਛੇ ਤਰੀਕੇ ਨਾਲ ਮੌਕਾ ਮਿਲਦਾ ਹੈ। ਹਾਲ ਹੀ ਵਿੱਚ ਹੋਇਆ ਕਿ ਮੇਰੇ ਮਦਰ, ਉਹਨਾਂ ਦੀ ਡੈਥ ਹੋਈ ਲਾਸਟ ਈਅਰ 22 ਦਸੰਬਰ 2020, ਐਂਡ ਕਾਫੀ ਸਾਰੀ ਖੁਸ਼ੀ ਸਾਡੀ ਉਹਨਾਂ ਨਾਲ ਜੁੜੀ ਹੋਈ ਸੀ। ਮੈਨੂੰ, ਮੇਰੀ ਸਿਸਟਰ ਨੂੰ ਉਹਨਾਂ ਦਾ ਬਹੁਤ ਆਸਰਾ ਸੀ। ਅਸੀਂ ਕਦੀ ਇਮੈਜਨ ਵੀ ਨਹੀਂ ਸੀ ਕੀਤਾ ਕਿ ਮੰਮੀ ਜੇ ਸਾਡੀ ਜ਼ਿੰਦਗੀ ਵਿੱਚ ਨਾ ਹੋਏ ਤਾਂ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਚੱਲੇਗੀ, ਜਾਂ ਅਸੀਂ ਜ਼ਿੰਦਗੀ ਜੀ ਵੀ ਸਕਾਂਗੇ। ਉਹਨਾਂ ਦੀ ਗੈਰ ਮੌਜੂਦਗੀ ਦਾ ਅਹਿਸਾਸ ਸਾਨੂੰ ਕਦੀ ਅਸੀਂ ਹੋਇਆ ਵੀ ਨਹੀਂ ਸੀ, ਅਸੀਂ ਹੋਣ ਵੀ ਨਹੀਂ ਦਿੱਤਾ। ਚਾਹੇ ਸਾਡੀਆਂ ਉਹ ਪਾਰਟੀਜ਼ ਸਨ, ਚਾਹੇ ਉਹ ਸਾਡੀ ਗੈਦਰਿੰਗ ਸਨ, ਚਾਹੇ ਉਹ ਸਾਡੇ ਘਰ ਦੇ ਫੰਕਸ਼ਨ ਸਨ, ਮੰਮੀ ਵਾਜ਼ ਦਾ ਹਾਈਲਾਈਟ। ਮਮ ਵਾਜ਼ ਪਾਰਟ ਆਫ ਐਵਰੀ ਇਵੈਂਟ, ਐਵਰੀ ਗੈਦਰਿੰਗ। ਲੇਕਿਨ ਜਦੋਂ ਉਹ ਚਲੇ ਗਏ, ਕੁਝ ਪਤਾ ਨਹੀਂ ਸੀ ਲੱਗ ਰਿਹਾ ਕਿ ਜ਼ਿੰਦਗੀ ਹੁਣ ਕੀ, ਬਾਕੀ ਚੀਜ਼ਾਂ ਸਾਰੀਆਂ ਬੇਮਾਇਨੇ ਲੱਗ ਰਹੀਆਂ ਸੀ। ਬਾਕੀ ਰਿਸ਼ਤੇ, ਬੱਚੇ ਨੇ ਜਾਂ ਫਰੈਂਡਸ ਨੇ, ਸਭ ਕੁਝ ਬੇਮਾਇਨੇ ਜਿਹਾ ਲੱਗ ਰਿਹਾ ਸੀ ਕਿ ਮੰਮੀ ਨਹੀਂ ਹੈਗੇ ਤੇ ਹੁਣ ਕੁਝ ਅੱਛਾ ਨਹੀਂ ਲੱਗ ਰਿਹਾ। ਐਂਡ ਦੈਨ ਆਈ ਪਿਕਡ ਅਪ ਮਾਈ ਫੋਨ ਐਂਡ ਆਈ ਡਾਇਲਡ ਮਾਈ ਗੈਸਟ ਨੰਬਰ। ਗੈਸਟ ਸਾਡੇ ਅੱਜ ਦੇ ਪ੍ਰੋਗਰਾਮ ਦੇ ਪ੍ਰਕਾਸ਼ ਜੀ। ਵੈਲਕਮ ਟੂ ਆਰ ਸਟੂਡੀਓਜ਼ ਜੀ। ਅੱਜ ਸਾਡੇ ਪ੍ਰੋਗਰਾਮ ਵਿੱਚ ਆਏ ਨੇ। ਪਹਿਲੋਂ ਵੀ ਤੁਸੀਂ ਇਹਨਾਂ ਨੂੰ ਪ੍ਰੋਗਰਾਮਸ ਦੇ ਵਿੱਚ ਦੇਖ ਚੁੱਕੇ ਹੋ। ਮੇਰਾ ਇਹ ਸਾਰੀ ਗੱਲਬਾਤ ਕਰਨ ਦਾ ਜਿਹੜਾ ਮਕਸਦ ਸੀ ਉਹ ਇਹ ਸੀ ਕਿ ਰਿਸ਼ਤਿਆਂ ਤੋਂ ਉੱਪਰ ਉੱਠ ਕੇ ਜਦੋਂ ਮੌਤ ਆਉਂਦੀ ਹੈ, ਸਾਡੇ ਸਾਹਮਣੇ ਆਉਂਦੀ ਹੈ, ਉਸ ਦਾ ਸਾਹਮਣਾ ਅਸੀਂ ਕਰਦੇ ਹਾਂ, ਉਸ ਵੇਲੇ ਸਾਡੇ ਮਨ ਦੀ ਹਾਲਤ ਕੀ ਹੁੰਦੀ ਹੈ। ਐਂਡ ਆਈ ਡਾਇਲਡ ਪ੍ਰਕਾਸ਼ ਅੰਕਲਸ ਨੰਬਰ, ਐਂਡ ਇਹਨਾਂ ਨੇ ਜੋ ਉਸ ਦਿਨ ਗੱਲਬਾਤ ਮੇਰੇ ਨਾਲ ਕੀਤੀ, ਉਸ ਗੱਲਬਾਤ ਨੇ ਮੈਨੂੰ ਖੜੇ ਹੋਣ ਜੋਗਾ ਕਰਤਾ, ਤੁਰਨ ਫਿਰਨ ਜੋਗਾ ਕਰ ਦਿੱਤਾ। ਉਹੀ ਗੱਲਾਂ ਅਸੀਂ ਸੋਚਿਆ ਕਿ ਅਸੀਂ ਤੁਹਾਡੇ ਨਾਲ ਸ਼ੇਅਰ ਕਰੀਏ, ਕਿਉਂਕਿ ਕਾਫੀ ਸਾਰੇ ਸਾਡੇ ਲਿਸਨਰਸ ਨੇ, ਹੋ ਸਕਦਾ ਉਹਨਾਂ ਨੇ ਵੀ ਕਿਸੇ ਆਪਣੇ ਨੂੰ ਹਾਲ ਹੀ ਵਿੱਚ ਖੋਇਆ ਹੋਏ, ਕਿਸੇ ਦੀ ਉਹ ਕਮੀ ਮਹਿਸੂਸ ਕਰ ਰਹੇ ਹੋਣ, ਹਜੇ ਗ੍ਰੀਵਿੰਗ ਪ੍ਰੋਸੈਸ ਦੇ ਵਿੱਚ ਹੋਣ। ਇਟਸ ਓਕੇ ਟੂ ਗ੍ਰੀਵ, ਇਟਸ ਓਕੇ ਟੂ ਫੀਲ ਦ ਪੇਨ, ਬਟ ਮੌਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਮੌਤ ਕੀ ਹੈ, ਅਸੀਂ ਕਿਉਂ ਇਸ ਤੋਂ ਇੰਨਾ ਡਰਦੇ ਹਾਂ, ਇਸ ਬਾਰੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਆਓ ਅੱਜ ਦੇ ਪ੍ਰੋਗਰਾਮ ਵਿੱਚ ਇਹਨਾਂ ਨਾਲ ਇਸੇ ਵਿਸ਼ੇ 'ਤੇ ਗੱਲਬਾਤ ਕਰਦੇ ਹਾਂ। ਹਾਂਜੀ,
सॉरी मैं थोड़ा ज़्यादा टाइम ले लिया, बट आई हैड टू से दैट. It's all perfect time. Perfect. Palata, thank you so much for the opportunity. So the basic idea here, Simiti, is to understand ਵੀ ਕੀ ਹੋ ਰਿਹਾ ਹੈ. ਜਦ ਦੀ ਸ੍ਰਿਸ਼ਟੀ ਚੱਲੀ ਹੈ, ਇਹ ਆਵਾਜਾਰੀ ਪਰਮਾਨੈਂਟ ਹੈ. ਮੋਸਟਲੀ ਅਸੀਂ ਲੌਕਡ ਇਨ ਹੋ ਜਾਂਦੇ ਹਾਂ ਮੋਹ ਦੇ ਵਿੱਚ. ਜਦੋਂ ਅਸੀਂ ਭੁੱਖੇ ਹੋ ਜਾਈਏ ਪਿਆਰ ਦੇ, ਇਹਦਾ ਮਤਲਬ ਹੈ ਵੀ ਲਾਸਟ ਸਮਥਿੰਗ. ਸਾਡੀ ਭੁੱਖ ਵੱਧ ਜਾਂਦੀ ਹੈਗੀ ਫॉर ਐਕਸੈਪਟੈਂਸ. ਫॉर एग्जांपल ਮਾਂ ਪੇ ਆ, ਅਗਰ ਇੱਕ ਦਾ ਪਿਆਰ ਮਿਲਦਾ ਇੱਕ ਦਾ ਨਹੀਂ ਮਿਲਦਾ, ਉਹ ਘਾਟ ਪੈ ਜਾਂਦੀ ਹੈ ਬੱਚੇ ਨੂੰ. ਉਹ ਵਾਂਝਾ ਰਹਿ ਜਾਂਦਾ ਹੈਗਾ. ਇਸੇ ਕਰਕੇ ਅਸੀਂ ਇੱਥੇ ਬਹੁਤੀਆਂ ਫੈਮਲੀਆਂ ਡਿਵੋਰਸ ਨਹੀਂ ਹੋਣਾ ਚਾਹੁੰਦੀਆਂ ਜੇ ਬੱਚੇ ਛੋਟੇ ਆ, ਬਿਕਾਜ਼ ਉਹਦਾ ਦਾ ਪਿਆਰ ਟੁੱਟ ਜਾਣਾ ਹੈ. ਇਟਸ ਸੈਡ ਟੂ ਸੇ ਕੋਈ ਇੱਦਾਂ ਦੀ ਸਿਚੁਏਸ਼ਨ ਆ ਜਾਵੇ, ਦੈਨ ਵੀ ਆਰ ਹੰਗਰੀ, ਵੀ ਮਿਸਿੰਗ ਸਮਥਿੰਗ. ਜਾਂ ਤਾਂ ਮਾਂ ਦਾ ਪਿਆਰ ਜਾਂ ਪਿਓ ਦਾ ਪਿਆਰ, ਭੈਣ ਪਿਆਰ ਦਾ ਪਿਆਰ. ਸੋ ਇਹਨਾਂ ਦੀ ਬਹੁਤ ਜ਼ਰੂਰੀ ਹੈ that we have a family. So as far as passing away, ਜਿਹਨੂੰ ਮੌਤ ਕਹਿ ਦਿੰਦੇ ਹੈ, ਅਸਲੀ ਸ਼ਬਦ ਹੈ passing away. Yes. Came, passed away. Passed away. ਇਹ ਅਸਲੀ ਸ਼ਬਦ ਹੈ. ਇਹਨੂੰ ਦੂਸਰਾ ਲਫ਼ਜ਼ ਹੈਗਾ transition. Transition. ਮੈਂ ਮਾੜਾ ਜਿਹਾ ਇੱਥੇ ਤੁਹਾਨੂੰ ਟੋਕਣਾ ਚਾਹੂੰਗੀ, ਕਿੱਥੋਂ ਆਏ, ਕਿੱਥੇ ਗਏ? Right. If it's passing, right, that means you came from somewhere. right. So what is passing? What is dying? What is dying? Actually, there is no such thing or action as dying. So if we take it literally, ਅਸੀਂ ਇੱਕ ਸਾਹ ਦੀ ਜ਼ਿੰਦਗੀ ਜੀਨੇ ਆ. ਤੁਸੀਂ ਦੂਜੇ ਸਾਹ ਲਈ ਜੀ ਨਹੀਂ ਸਕਦੇ. ਬੜਾ ਪੁਰਾਣਾ ਸ਼ਬਦ ਹੈਗਾ, ਜਦੋਂ ਬਾਈਬਲ ਆਇਆ ਕਹਿੰਦਾ ਜੀ ਇਹਦਾ ਨਾਮ ਆਡਮ ਹੈ. ਆਡਮ ਟ੍ਰਾਂਸਲੇਟ ਕੀਤਾ ਜਾਵੇ ਇਨ ਆਲ ਦ ਰਿਲੀਜਨਸ ਆਦਮ. I see. ਇੱਕਦਮੀ. ਅਸੀਂ ਸਾਰੇ ਇੱਕਦਮੀ ਆ. ਜਾਣ ਲੱਗੇ ਇੱਕਦਮ ਵੀ ਨਹੀਂ ਖਰੀਦ ਸਕਦੇ ਅਸੀਂ. ਪਰ ਮੋਸਟ ਆਫ ਦਾ ਲਾਈਫ ਸਪੈਨ ਦੇ ਵਿੱਚ ਅਸੀਂ ਕਿੰਨਾ ਵੇਸਟ ਕਰ ਦਿੰਦੇ ਆ. ਆਪਣੀ ਐਸਟੈਬਲਿਸ਼ਮੈਂਟ ਤੇ ਨਹੀਂ ਵਰਤਦੇ ਟਾਈਮ. ਅਸੀਂ ਬਾਹਰ ਮੁਖੀ ਗਿਆਨ ਨੂੰ ਇਕੱਠਾ ਕਰਦੇ ਰਹਿੰਦੇ ਆ. ਬਾਹਰ ਮੁਖੀ ਜਿਹੜਾ ਗਿਆਨ ਹੈ ਉਹ ਸਾਡਾ ਸਾਰਿਆਂ ਦਾ ਸਾਂਝਾ ਆ. ਇੱਕ ਅੰਤਰਮੁਖੀ ਗਿਆਨ ਹੈ, ਉਹ ਸਾਂਝਾ ਨਹੀਂ ਹੈ, ਉਹ ਹੈਗਾ ਆ ਸਾਰਿਆਂ ਦਾ. ਉਸ ਗਿਆਨ ਦੀ ਕੱਟ-ਵੱਢ ਨਹੀਂ ਹੁੰਦੀ. ਉਹਨੂੰ ਨਾਸਟਿਕ ਕਹਿੰਦੇ ਹੈਗੇ ਇੰਗਲਿਸ਼ ਦੇ ਵਿੱਚ, ਪੰਜਾਬੀ 'ਚ ਤਾਂ ਮੈਨੂੰ ਪਤਾ ਨਹੀਂ ਹੈ. ਅੰਤਰਮੁਖੀ ਗਿਆਨ ਕਹਿ ਸਕਦੇ ਹੋ ਤੁਸੀਂ. ਸੋ ਜੇ ਇੱਕ ਸਾਹ ਨਹੀਂ ਆਇਆ ਤਾਂ ਦੁਨੀਆ ਕਹਿੰਦੀ ਇਹ ਮਰ ਲੋਥ ਹੈ. ਜਿਹਦਾ ਨਾਂ ਸੀਗਾ ਉਹ ਨਹੀਂ ਰਿਹਾ, ਉਹ ਨਹੀਂ ਰਿਹਾ, ਲੋਥ ਰਹਿ ਗਈ ਆ. ਫਿਰ ਉਹ ਆਪਣੇ ਦੁੱਖਾਂ ਨੂੰ ਜਿੱਤੇ ਕਰਕੇ ਬਹੁਤੇ ਫਿਰ ਹੁੰਦੇ ਆ. ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੁੰਦੀ. ਹਾਂ, ਬਿਕਾਜ਼ ਉਹ ਇਨਸਾਨ ਸੁਣਦਾ ਸੀ ਜਾਂ ਤੁਹਾਡਾ ਆਸਰਾ ਬਣਦਾ ਸੀ. ਮਾਂ ਸੀ ਜਾਂ ਪੇ ਸੀ ਜਾਂ ਭੈਣ ਸੀ, ਭਰਾ ਸੀ, ਸਾਰਿਆਂ ਦਾ ਪਿਆਰ ਵੱਖਰਾ ਵੱਖਰਾ ਹੁੰਦਾ ਹੈ. ਸੋ ਅਸੀਂ ਹਰ ਇੱਕ ਡਿਫਰੈਂਟ ਪਿਆਰ ਨੂੰ ਤੜਫਦੇ ਹਾਂ. ਵੀ ਲੁਕਿੰਗ ਫॉर ਇਟ. ਪਰ ਤੁਸੀਂ ਇਹ ਨਹੀਂ ਮੰਨਦੇ ਕਿ ਸੁਣਦਾ ਤੇ ਸੀ, ਪਰ ਨਾਲ ਨਾਲ ਉਹ ਸਾਨੂੰ ਗਾਈਡ ਵੀ ਕਰਦਾ ਸੀ, ਸਾਡੇ ਸਵਾਲਾਂ ਦੇ ਜਵਾਬ ਵੀ ਦਿੰਦਾ ਸੀ. ਅਗਰ ਅਸੀਂ ਬੇਸਿਕ ਪ੍ਰਿੰਸੀਪਲ ਸਮਝ ਲਈਏ, ਇਹ ਜੋ ਧਰਤੀ ਹੈ, ਜੇ ਦੁਨੀਆ ਆ, ਇਹ ਇੱਕ ਯੂਨੀਵਰਸਿਟੀ ਹੈ ਜੀ. ਇਹ ਸਕੂਲ ਹੈ. ਇੱਥੇ ਬੰਦਾ ਡਿਵਾਈਡਡ ਹੋਇਆ ਜਾਤਾਂ ਪਾਤਾਂ ਦੇ ਵਿੱਚ, ਰੰਗ ਦੇ ਵਿੱਚ, ਗੱਲਾਂ 'ਚ, ਜ਼ਬਾਨ 'ਚ.
ਇਟਸ ਅ ਬਿਊਟੀਫੁਲ ਸਿਸਟਮ, ਪਰ ਅਸੀਂ ਕ੍ਰਿਟਿਸਿਜ਼ਮ ਦੇ ਵਿੱਚ ਆ ਜਾਂਦੇ ਹਾਂ। ਜਦੋਂ ਫਾਲਟ ਫਾਈਂਡਿੰਗ ਕ੍ਰਿਟਿਸਿਜ਼ਮ 'ਚ ਆ ਗਏ ਤਾਂ ਅਸਲੀ ਮੀਨਿੰਗ ਤੁਹਾਨੂੰ ਨਹੀਂ ਪਤਾ ਲੱਗੂਗਾ ਇਹਦਾ, ਕਿਉਂ ਇਹ ਸਾਜਿਆ ਔਰ ਕਿਹੜੀ ਸ਼ਕਤੀ ਜਿਹੜੀ ਸਾਜ ਰਹੀ ਹੈ। ਸਾਜਣ ਵਾਲੀ ਸ਼ਕਤੀ ਜਿਹੜੀ ਹੈ ਉਹ ਇੱਕ ਨਿਰੰਕਾਰ ਹੈ, ਉਹਦਾ ਰੰਗ ਨਹੀਂ, ਰੂਪ ਨਹੀਂ ਹੈ, ਹੈ ਜੀ। ਇਹ ਜਿਹੜਾ ਅਸਮਾਨ ਹੈਗਾ ਆ, it looks empty, this space here, but ਇਹ empty ਨਹੀਂ ਹੈ। It's the only thing that is alive, but nobody understands that, ਕਿ ਜਿਹੜੀ ਸ਼ਕਤੀ ਇਸ ਦੇ ਆਸਰੇ ਜੀ ਰਹੀ ਹੈ ਅੱਜ this space here, yes, space here, this ਜਿਸ space here. ਆਸਰੇ Yes, ਆ ਦੁਨੀਆ ਜੀ ਰਹੀ ਹੈ, ਇਹਦੇ ਕਰਕੇ ਜੀ ਰਹੀ ਹੈ। yes, ਕਿਉਂ? ਇਹਦੇ ਵਿੱਚ ਹੀ ਐਸੀ ਸ਼ਕਤੀ ਹੈ, ਪਲੈਨਟਸ ਨੂੰ ਜ਼ਰੂਰਤ ਹੈ, ਮੈਨੂੰ ਜ਼ਰੂਰਤ ਹੈ, ਸਾਰਿਆਂ ਨੂੰ ਜ਼ਰੂਰਤ ਹੈ। ਇਸ ਨੂੰ ਕ੍ਰਿਸਚੀਅਨਿਟੀ 'ਚ ਵੀ, ਆਪਣੇ ਸਿੱਖ ਧਰਮ 'ਚ ਵੀ ਪਵਨ ਗੁਰੂ ਆਖਿਆ ਹਾਂ, ਹੈ ਜੀ। ਇਹਦੇ ਵਿੱਚ ਹੀ ਈਥਰ ਹੈ, ਇਥੈਰਿਕ ਐਨਰਜੀ ਹੈ। ਆਕਸੀਜਨ ਤਾਂ ਹੈਗਾ ਹੀ ਹੈਗਾ ਆ, ਸਾਇੰਸ ਨੇ ਇੱਥੇ ਤੱਕ ਹੀ ਪਹੁੰਚੀ ਹੈ। ਫਿਰ ਐਸਟਰਲ ਐਨਰਜੀ ਹੈ, ਇਥੈਰਿਕ ਐਨਰਜੀ ਹੈ, ਕਾਜ਼ਲ ਐਨਰਜੀ ਹੈ ਜੀ। ਸੋ ਇਸ ਡਿਫਰੈਂਟ ਲੈਵਲਸ ਦੇ ਵਿੱਚ ਐਨਰਜੀਜ਼ ਹੈ, ਪ੍ਰਾਣ ਇਹਦੇ ਵਿੱਚ ਆਉਂਦੇ ਆ ਜੀ ਜੀ, ਸਾਨੂੰ ਜੀਂਦਾ ਰੱਖਣ ਲਈ, ਹੈ yes, ਜੀ। ਇੱਕ ਤਾਂ ਇਹ ਸ਼ਕਤੀ ਫੀਡ ਕਰਦੀ ਸਾਨੂੰ ਸਾਹ ਦੇ ਨਾਲ। ਜਦੋਂ ਆਹ ਮੈਕੈਨਿਜ਼ਮ ਹੈ ਜਿਹੜਾ, ਇਹ ਮਟੀਰੀਅਲ ਹੈ, ਮੈਟਰ ਹੈ ਜੀ। ਡਿਫਰੈਂਟ ਕੈਮੀਕਲ ਇਕੱਠੇ ਕੀਤੇ ਹੋ, ਬਹੁਤ ਇੰਟੈਲੀਜੈਂਟ ਹੈਗਾ, ਉਹਨੂੰ ਓਮਨੀਸ਼ੈਂਟ ਕਹਿੰਦੇ ਆ, ਜਾਣੀ ਜਾਣ ਹੈ, ਸਭ ਕੁਝ ਜਾਣਦਾ ਹੈ ਜੀ। ਸੋ ਉਹ ਤੁਹਾਡੇ ਵਿੱਚ ਹੀ ਬੈਠਾ ਐਜ਼ ਏ ਕ੍ਰੀਏਟਿਵ ਐਨਰਜੀ, ਦਿਲ ਬਣਾਉਂਦਾ, ਚਾਲੂ ਕਰਦਾ, ਲੰਗਸ ਹੈ, all the organs, it maintains it, it has its own agenda. ਮੈਂ ਸੋਚਦੀ ਹੁੰਦੀ ਹਾਂ ਕਿ ਜਦੋਂ ਆਪਣੇ ਸਵਾਸ ਨਿਕਲਦੇ ਨੇ, ਹਨਾ, ਉਹ ਸਵਾਸ ਨਿਕਲ ਕੇ ਕਿੱਥੇ ਜਾਂਦੇ ਨੇ ਕਿਸੇ ਨੂੰ ਪਤਾ ਨਹੀਂ ਹੈ। ਉਹ ਸਵਾਸ ਪਹਿਲਾਂ ਤਾਂ ਇਹ ਸੋਚਣਾ ਪਊਗਾ ਆਉਂਦੇ ਕਦੋਂ ਹੈ। ਤੂੰ ਸਵਾਸ ਲੈਣਾ, can you stop it? You can't. It's in a perpetual motion. Bellows ਹੈ ਨਾ ਤੁਹਾਡੇ lungs, ਉਹ ਇੱਕ perpetual motion ਹੈਗਾ, ਵੈਕਿਊਮ ਹੈ, ਗ੍ਰੈਵਿਟੀ ਹੈ, ਉਹਦੇ ਨਾਲ ਇਹ ਸਾਹ ਆਉਂਦਾ ਜਾਂਦਾ on its own. Everything is on its own. Yes. ਅੱਛਾ, ਉਹ ਜਿਹੜਾ ਸਾਹ ਹੈਗਾ, ਸਾਹ ਦੇ ਵਿੱਚ ਇੱਕ ਹੋਰ ਸ਼ਕਤੀ ਹੈ, ਹੈ ਜੀ। ਆਮ ਇਨਸਾਨ ਨੂੰ ਸਮਝਣਾ ਬੜਾ ਮੁਸ਼ਕਲ ਹੈ। ਉਹਦੇ ਵਿੱਚ ਹੀ ਹੋਸ਼ ਹੈ, ਜੀ। ਜਦੋਂ ਸੌਂਦੇ ਤੁਸੀਂ, ਉਹ ਹੋਸ਼ ਬਾਡੀ ਚੋਂ ਨਿਕਲ ਕੇ ਯੂਨੀਵਰਸਲ ਬਣ ਜਾਂਦੀ ਹੈ। ਯੈਸ, ਸਵੇਰ ਨੂੰ ਜੇ ਤੂੰ 5 ਵਜੇ ਉੱਠਣਾ, 5 to 5 ਤੈਨੂੰ ਵੇਕਅਪ ਕਰ ਦੇਣਾ, ਉਹ ਨਾ ਜਾਣਾ ਉਸੇ ਵੇਲੇ, ਹਾਂ ਬਈ ਉਹ ਕਮਿਟਡ ਹੈ, ਇਹ ਸੈਂਚਾ ਚਾਹੀਦਾ ਉਹਨੂੰ ਕੰਮ ਕਰਨੇ ਲਈ, ਸਮਝੇ। ਸੋ ਉਹ ਸ਼ਕਤੀ ਹੈ ਜਿਹੜੀ ਕਿ that's the only alive life. Rest is, everything is perishing. yes, Everything is perishing, whether it's 5 or 10-year-old, 100-year-old. yes. है जी। ਟਾਈਮ ਗਵਾਏ, ਇਤਿਹਾਸ ਗਵਾਏ, ਕੋਈ ਵੀ, ਚਾਹੇ ਉਹ ਕੋਈ ਅਮੀਰ ਸੀ, ਚਾਹੇ ਉਹ ਰਾਜਾ ਸੀ, ਕੋਈ ਵੀ ਸੀ, ਸਭ ਨੇ ਜਾਣਾ। ਫਿਰ ਵੀ ਆਈ ਨੋ ਵਾਟ ਯੂ ਆਰ ਟਾਕਿੰਗ ਐਂਡ ਆਈ ਵਿਲ ਟੇਕ ਯੂ ਬੈਕ ਔਨ ਦੈਟ ਥਾਟ, ਬਟ ਅਸੀਂ ਆਪਣੇ ਪਰਿਵਾਰ ਨਾਲ ਬੈਠ ਕੇ ਇਸ ਟੌਪਿਕ ਤੇ ਗੱਲ ਕਿਉਂ ਨਹੀਂ ਕੰਫਰਟੇਬਲੀ ਕਰਦੇ? It's very difficult because everybody is in a same. It's reality. Right. ਇੱਥੇ ਸਾਨੂੰ ਜੋ ਬਾਈਬਲ ਹੈ ਜਾਂ ਹੋਲੀ ਬੁੱਕਸ ਹੈ, ਉਹ ਦੱਸ ਰਹੇ ਹੈ, ਸਭ ਕੁਝ ਦੱਸਦੇ ਹੈ। But you need an interpreter. Interpreter, non-denominational type. Meaning literally ਕੀ ਲਿਖਿਆ? Literal ਕੀ ਹੈ? ਇੱਕ ਹੈ
ਉਹ ਓਮ ਹੈ, ਉਹਦੀ ਕਾਰ ਹੈ, ਇੱਕ ਕੌਨਸ਼ੀਅਸ ਹੈਗੀ ਹੈ ਜਿਹੜੀ ਸਾਰਾ ਕੁਝ ਕਰਵਾ ਰਹੀ ਹੈ। ਉਹੀ ਜੀ ਰਹੀ ਹੈ ਹੈ ਜੀ। ਓਮ ਹੈ, ਉਹ ਸਾਊਂਡ ਦੇ ਨਾਲ ਚੱਲਦੀ ਹੈ, ਪਰ ਸਾਊਂਡ ਜਿਹੜਾ ਉਹ ਇਹਨਾਂ ਕੰਨਾਂ ਵਾਲਾ ਸਾਊਂਡ ਨਹੀਂ ਹੈਗਾ। that is a different kind of sound। ਸਮਝਦੇ ਹੋ? ਉਹਨੂੰ ਇਹਨਾਂ ਕੰਨਾਂ ਦੀ ਜ਼ਰੂਰਤ ਨਹੀਂ ਹੈ, ਉਹਦੀ ਕਾਰ ਹੈ, ਉਹਦੇ ਵਿੱਚ ਬੈਠਾ ਸਭ ਕੁਛ ਹੀ। ਉਹਨੂੰ ਹੀ ਸਤਨਾਮ ਕਿਹਾ। ਹੁਣ ਸਤਨਾਮ ਜਿਹੜਾ ਹੈਗਾ ਆ, ਇਹਨੂੰ ਦੋ ਮੀਨਿੰਗ ਹੈ। ਸਤ, ਇੱਕ ਤਾਂ ਸਤ ਹੈਗਾ ਆ, ਸਤ ਦਾ ਦੂਜਾ ਮਤਲਬ ਹੈ ਪਿਓਰ ਹੈ ਜੀ। ਪਰ ਸਤ also represent your centers। ਸੱਤ ਸੈਂਟਰਸ, seven chakras, ਜਿਹਨੂੰ ਸੈਂਟਰਸ ਹੈ, yes, ਉਹ ਸੱਤੇ ਸੈਂਟਰਾਂ ਨੂੰ, ਮਟੀਰੀਅਲ ਹੈ ਨਾ, ਬਾਇਓਲੋਜੀਕਲ ਬਾਡੀ ਹੈ ਨਾ, ਉਹ ਸੈਂਟਰਾਂ ਦੇ ਨਾਲ ਹੀ ਚੱਲਣੀ ਹੈ। ਐਲੀਮੀਨੇਟਿਵ ਸਿਸਟਮ ਹੈ, ਡਾਈਜੈਸਟਿਵ ਸਿਸਟਮ ਹੈ, ਹਾਰਟ ਦਾ ਹੈ, ਲੰਗਸ ਦਾ ਹੈ, ਥਰੋਟ ਦਾ ਹੈਗਾ, ਇਹ ਸੈਂਟਰਸ ਹੈ ਉਹਦੇ ਹੈ ਜੀ। ਤੇ ਇਹਨੂੰ ਕੁੰਡਲੀਨੀ ਵੀ ਕਹਿ ਦਿੰਦੇ ਹੈਗੇ ਵੀ ਉਹਨੇ ਜਗਾਣੀ ਹੈ। ਤਾਂ ਮੋਸਟ ਰਿਲੀਜਨ ਜਿਹੜੇ ਹੈਗੇ ਆ ਉਹ ਨਹੀਂ ਚਾਹੁੰਦੇ ਇੱਦਾਂ ਕਰ। ਡੋਂਟ ਡੂ ਦੈਟ, ਡੋਂਟ ਇੰਟਰਫੇਅਰ ਵਿਦ ਦੈਟ, ਓਕੇ, ਬਿਕਾਜ਼ ਸਾਡੇ ਸਿੱਖ ਧਰਮ ਦੇ ਵਿੱਚ ਨਾਟ ਅਲਾਉਡ। ਹੁਣ ਜਦੋਂ ਤੁਹਾਨੂੰ ਇਹ ਮੂਲ ਮੰਤਰ ਦਾ ਪਤਾ ਲੱਗ ਗਿਆ ਹੈ ਜੀ, ਤੁਹਾਨੂੰ ਇਹ ਵੀ ਪਤਾ ਲੱਗੇਗਾ ਇੱਕ ਹੀ ਜੀ ਰਿਹਾ, ਫਿਰ ਮਰੂ ਕੌਣ? ਜੇ ਤੁਹਾਨੂੰ ਇਹਦੀ ਅੰਡਰਸਟੈਂਡਿੰਗ ਆ ਗਈ ਹੈ ਵੀ ਆ ਜੋ ਕੁਛ ਵੀ ਮੈਂ ਦੇਖ ਰਿਹਾ, ਇਹ ਗੁਰੂ ਹੈ, ਪ੍ਰਭੂ ਹੈ ਜੀ। ਉਹਨੂੰ ਸੈਂਚਾ ਨਹੀਂ ਚਾਹੀਦਾ, ਇਹ will say goodbye, goodbye, ਮੈਨੂੰ ਨਹੀਂ ਚਾਹੀਦਾ। ਅਸੀਂ ਰੋਨੇ ਹੈਗੇ ਮੋਹ ਮਮਤਾ ਨੂੰ, ਜਿੱਥੇ ਸਾਨੂੰ ਪਿਆਰ ਮਿਲਿਆ ਹੈ ਜੀ, ਐਕਸੈਪਟੈਂਸ ਮਿਲੀ ਹੈ। ਪਰ ਸਾਡੇ ਮਾਪਿਆਂ ਦਾ ਕੰਮ ਹੈਗਾ ਸਾਨੂੰ ਇੰਡੀਪੈਂਡੈਂਟ ਬਣਾਉਣਾ। I'm sorry, this is my point of view। yes, ਤਾਂ ਕਿ ਉਹ ਸ਼ੇਰ ਬਣ ਕੇ ਦੁਨੀਆ ਨਾਲ ਸਾਹਮਣਾ ਕਰੇ ਹੈ ਜੀ। ਉਹ ਇੱਥੇ ਦੀ ਜੋ ਵੈਸਟਰਨ ਦੁਨੀਆ ਦੀ ਸੋਚ ਹੈ, ਉਹ ਇਸ ਤਰ੍ਹਾਂ ਦੀ ਸੋਚ ਹੈ ਮੈਜੋਰਿਟੀ। ਵੀ ਬੱਚਾ 16 ਸਾਲਾਂ ਦਾ ਹੋਇਆ, ਚੱਲ ਓਏ ਸਾਂਭ ਆਪਣੀ ਜ਼ਿੰਦਗੀ ਜੀ ਕੇ ਦੇਖ, yes, ਸ਼ੇਰ ਬਣ ਕੇ ਚੱਲ yes, ਹੈ ਜੀ। yes, ਹੁਣ ਉਹਨੂੰ ਜੇ ਇਦਾਂ ਤੋੜ ਦਿੱਤਾ, ਉਹ ਜਿਹੜੀ ਸ਼ਕਤੀ ਹੈਗੀ ਹੈ ਉਹਨੂੰ ਉਹਦੇ ਕੋਲੋਂ ਕੰਮ ਲੈਣਾ। ਹੁਣ ਬਹੁਤੇ ਧਰਮ ਹੈਗੇ ਨਿਆਣੇ ਨੂੰ ਬੰਨ੍ਹ ਕੇ ਹੀ ਰੱਖਣਾ। ਸੋ ਸਾਡੇ ਈਸਟਰਨ ਕਲਚਰ ਦੇ ਵਿੱਚ ਐਡਵੈਂਚਰਸ ਹੈ ਨਹੀਂ ਉਹ। ਵੀ ਚਲੋ ਬਈ ਅੱਜ ਜਥਾ ਤੁਰ ਪਿਆ, ਲਾਓ ਜੀ ਅਸੀਂ ਹੁਣ ਰਸ਼ੀਆ ਜਿੱਤ ਲੈਣਾ। ਇਹ ਐਡਵੈਂਚਰ ਹੈ ਨਹੀਂ ਰਿਹਾ ਆ। ਸਿੱਖੀਜ਼ਮ ਤਾਂ ਇੱਕ ਤਰ੍ਹਾਂ ਦੀ ਸਿਕਿਉਰਿਟੀ ਗਾਰਡ ਹੈ, ਸੇਵਾਦਾਰ ਹੈ। ਕਿੱਥੇ ਹੈ? ਜਿੱਥੇ ਸੇਵਾ ਕਰਨੀ ਹੈ ਉੱਥੋਂ ਹੀ ਉਹਨਾਂ ਨੂੰ ਕੁੱਟਣਾ ਹੈ। I mean, this is how it works। ਸੋ ਜਿੰਨਾ ਚਿਰ ਅਸੀਂ ਜੋ ਸਾਡੇ ਅੰਦਰ ਬੈਠਾ ਦੇਵਤਾ ਪਛਾਣਨਾ ਨਹੀਂ ਹੈਗਾ, ਉਹਨਾਂ ਚਿਰ ਅਸੀਂ ਅਧੀਨ ਹੈ। ਤੇ ਕਿਸ ਤਰੀਕੇ ਨਾਲ, ਕਿੱਦਾਂ ਤੁਸੀਂ ਉਹ ਹਾਲ ਹੈ ਜਿਹੜਾ ਦੂਸਰੀ ਦੁਨੀਆ ਦਾ, ਜਿਹਨੂੰ ਮੌਤ ਕਹਿੰਦੇ ਆ ਅਸੀਂ, ਉਹ ਕਿੱਦਾਂ ਐਕਸਪੀਰੀਅੰਸ ਕਰਨਾ ਹੈ। ਪਹਿਲਾਂ ਤਾਂ ਤੁਹਾਡਾ ਮਾਈਂਡ ਹੋਣਾ ਚਾਹੀਦਾ ਸ਼ਾਂਤ। ਠੀਕ ਹੈ। ਇਟ ਹੈਜ਼ ਟੂ ਬੀ ਇਕੁਲਿਬਰੀਅਮ। ਇਹ ਨਹੀਂ ਵੀ ਅਸੀਂ ਸੋਚਾਂ ਬੰਦ ਕਰਨੀਆਂ। ਤੁਹਾਡਾ ਮਤਲਬ ਕਹਿਣ ਦਾ ਕਿ ਜੇ ਤੁਹਾਡੀ ਫੈਮਿਲੀ 'ਚ ਕੋਈ ਸਮਵਨ ਹੈਜ਼ ਪਾਸਡ ਅਵੇ, ਤੇ ਤੁਸੀਂ ਕਿਸ ਤਰ੍ਹਾਂ ਆਪਣੇ ਥਾਟਸ ਨੂੰ ਕੰਟਰੋਲ 'ਚ ਕਰਨਾ ਹੈ। ਓਕੇ ਜੀ। ਤੁਸੀਂ ਆਪਣੇ ਆਪ ਨੂੰ ਕਾਮ ਕਰਨਾ ਹੈ ਜੀ। ਜਦੋਂ ਕੋਈ ਜਾ ਰਿਹਾ ਹੋਵੇ, ਯੂ ਹੈਵ ਟੂ ਬੀ ਇਨ ਕੰਟਰੋਲ ਜੀ। ਉਹ ਤਾਂ ਨਹੀਂ ਹੈ। ਮੋਸਟ ਪਰਸਨ ਜਿਹੜੇ ਜਾਣ ਲੱਗਦੇ ਆ, ਉਹ 72 ਆਵਰਸ 80 ਆਵਰਸ ਪਹਿਲਾਂ ਹੀ ਜਾਣੀ ਕਿ ਉਹਨਾਂ ਦੀ ਸੈਪਰੇਸ਼ਨ ਸ਼ੁਰੂ ਹੋਣ ਲੱਗ ਪੈਂਦੀ ਹੈ ਜੀ। ਸੇ 100% ਯੂਨਿਟੀ ਹੈ, ਉਹਦੇ ਵਿੱਚੋਂ ਉਹ ਘਟਦੀ 5-10% ਤੇ ਰਹਿ ਜਾਂਦੀ ਹੈ। ਅੱਛਾ। ਜਦੋਂ 10% ਤੇ ਵੀ ਰਹਿੰਦੀ ਹੈ, ਉਹਨਾਂ ਦੇ ਚਿਹਰਾ ਜਿਹੜਾ ਹੁੰਦਾ ਬਹੁਤ ਸ਼ਾਂਤ ਹੋ ਜਾਂਦਾ ਹੈਗਾ। ਹੁਣ ਉਹ ਐਨਰਜੀ ਜਿਹੜੀ ਪਹਿਲਾਂ ਫੀਲ ਕਰਦੇ ਸੀ, ਪੇਨ, ਐਜੀਟੇਟਡ, ਉਹ ਤਾਂ ਰਹੀ ਨਹੀਂ। ਸੋ ਤੁਹਾਡੇ ਮਨ ਚ ਆਉਂਦਾ ਵੀ ਇਹ ਤੇ ਸ਼ਾਂਤ ਹੋ ਗਿਆ ਹੈ ਜੀ,
ਖੁਸ਼ ਹੋ ਗਿਆ, ਉਦੋਂ ਹੀ ਪਤਾ ਲੱਗਦਾ ਜਦੋਂ ਜਸ ਗੋਨ। ਪਰ ਉਹ ਫ੍ਰੀ ਹੁੰਦੇ ਉਸ ਵੇਲੇ, ਮਸੀਂ ਉਹਨਾਂ ਦਾ ਦੁੱਖ ਤੋਂ ਛੁਟਕਾਰਾ ਹੁੰਦਾ, ਅਸੀਂ ਰੋਣ ਲੱਗ ਪੈਂਦੇ ਹਾਂ। ਉਹ ਹਾਵਰਿੰਗ ਕਰਦੇ ਹੁੰਦੀ ਹੈ ਆਤਮਾ ਜਸਟ ਅਬਵ, ਉਹ ਦੇਖ ਰਹੇ ਹੈ। ਇੱਥੇ ਕਿਸੇ ਪੋਇਟ ਨੇ ਵੀ ਲਿਖਿਆ ਹੈਗਾ, ਜਦੋਂ ਚੱਲ ਜਾਣਾ ਅਸੀਂ ਉਸ ਵੇਲੇ ਯਾਰ ਦੋਸਤ ਦੁਸ਼ਮਣ ਸਾਰੇ ਮਿਲਣ ਆਉਂਦੇ ਹੁੰਦੇ ਆ, ਸਾਰੇ ਉਹਨੂੰ ਦਿਸਣ ਲੱਗ ਪੈਂਦੇ ਆ ਉਸ ਆਤਮਾ ਨੂੰ। ਪਰ ਉਸ ਵੇਲੇ ਉਹਨੂੰ ਛੁਟਕਾਰਾ ਮਿਲ ਜਾਂਦਾ ਦੁੱਖਾਂ ਤੋਂ, ਉਹ ਸਾਤੋਂ ਸੀਸ ਚਾਹੁੰਦੇ ਆ। ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਗੱਲ ਕਰਦਾ, ਬਿਕਾਜ਼ ਆਊਟ ਆਫ ਬਾਡੀ ਐਕਸਪੀਰੀਅੰਸ ਹੈ ਜਿਹੜੇ, ਇਹ ਸੱਚਾਈ ਹੈ, ਸੱਚ ਹੈ। ਅਸੀਂ ਸਾਰਿਆਂ ਨੇ ਖਰੇ ਕਿੰਨੀ ਵਾਰੀ ਸਰੀਰ ਛੱਡਿਆ, ਮੇਬੀ ਮਿਲੀਅਨਸ ਆਫ ਲਾਈਫ ਟਾਈਮਸ। ਰੀਅਲੀ ਅਸੀਂ ਬਹੁਤ ਜਨਮ ਲੈ ਚੁੱਕੇ ਹੋ ਹੈ, 84 ਲੱਖ ਜੂਨ ਕੱਟੀ ਹੋ ਹੈ। ਹੁਣ ਇਹਦੇ ਬਾਰੇ ਡਿਫਰੈਂਟ ਸਬਜੈਕਟ ਹੈ ਜਰਾ, ਯੈਸ ਇਟ ਗੋਜ਼ ਆਫ ਔਨ ਅ ਟੈਂਜੈਂਟ। ਪਰ ਅਸੀਂ ਇੰਨੀਆਂ ਜੂਨਾਂ ਕੱਟ ਚੁੱਕੇ ਹੋ ਤਦੇ ਮਾਨਸ ਜਨਮ ਮਿਲਿਆ, ਇਹ ਗੁਰਬਾਣੀ ਕਹਿੰਦੀ ਹੈ, ਐਂਡ ਵਿਦਾਂਤਾ ਵੀ ਕਹਿੰਦੇ ਹੈਗੇ ਆ। ਸੋ ਜਿੰਨਾ ਚਿਰ ਅਸੀਂ ਉਸ ਰੂਹ ਜਿਹੜੀ ਬੁੱਲਾ ਹੁੰਦਾ, ਇੱਕ ਬੁੱਲਾ ਕਹਿ ਸਕਦੇ ਹਾਂ, ਇੰਗਲਿਸ਼ 'ਚ ਉਹਨੂੰ ਮੋਨਾਡ ਕਹਿੰਦੇ ਹਾਂ ਅਸੀਂ, ਪੰਜਾਬੀ 'ਚ ਤਾਂ ਮੈਨੂੰ ਪੂਰਾ ਹੀ ਪਤਾ ਨਹੀਂ ਹੈਗਾ, ਪਰ ਬੁੱਲਾ ਕਹਿ ਸਕਦੇ ਹਾਂ। ਸੋਚਾਂ ਦੀ ਕੰਗਲੋਮਰੇਟ, ਅਸੀਂ ਸੋਚਾਂ ਦੇ ਇੱਕ ਬੰਡਲ ਹੈ। ਵੀ ਆਰ ਨਥਿੰਗ ਮੋਰ ਦੈਨ ਥਾਟਸ। ਸੋਚਾਂ ਹੀ ਆਉਂਦੀਆਂ, ਸੋਚਾਂ ਹੀ ਚੱਲਦੀਆਂ, ਸੋਚਾਂ ਹੀ ਜੋ ਕਰਮ ਕੀਤੇ ਲਏ ਉਹ ਸੋਚਾਂ ਦੇ ਵਿੱਚ ਹੀ ਹੈ ਜੀ। ਸੋ ਵੀ ਹੈਵ ਟੂ ਲਿਸਨ ਟੂ ਆਵਰ ਮਾਈਂਡ, ਉਹ ਕੀ ਕਹਿਣਾ ਚਾਹੁੰਦਾ, ਪਰ ਅਸੀਂ ਤਾਂ ਉਹਨੂੰ ਚੁੱਪ ਕਰਾਉਣਾ ਚਾਹੁੰਦੇ ਹਰ ਵੇਲੇ। ਜਦੋਂ ਕੋਈ ਈਵਨ ਘਰ ਦੇ ਵਿੱਚ ਬਿਮਾਰ ਆ, ਜੇ ਉਹ ਮੌਤ ਦੀ ਗੱਲ ਵੀ ਕਰਦਾ ਹੈ ਕਿ ਜਦੋਂ ਮੈਂ ਖਤਮ ਹੋਈ ਤੇ ਆਹ ਕਰਿਓ ਜਾਂ ਆਹ ਕਰਿਓ, ਜਿਵੇਂ ਮੰਮੀ ਸਾਡੇ ਨਾਲ ਕਰਿਆ ਕਰਦੇ ਸੀ, ਅਸੀਂ ਉੱਥੇ ਉਹਨਾਂ ਨੂੰ ਕਹੀਦਾ ਸੀ ਇਹੋ ਜਿਹੀ ਗੱਲ ਨਾ ਕਰੋ। ਉਹ ਤੁਹਾਨੂੰ ਸੁਣਨਾ ਚਾਹੀਦਾ, because that's their wish, they want to portray that wish। yes, ਮੇਰੇ ਲਈ ਆ ਕਰਿਓ। ਬਹੁਤੇ ਹੁੰਦੇ ਆ ਉਹ ਜਾਨ ਛੱਡਦੇ ਨਹੀਂ, ਕਿਸੇ ਇਨਸਾਨ ਨੂੰ ਮਿਲਣਾ ਹੁੰਦਾ ਹੈਗਾ, ਉਹ ਉਡੀਕਦੇ ਹੁੰਦੇ, ਤੁਹਾਨੂੰ ਦੱਸਣਾ ਨਹੀਂ ਚਾਹੁੰਦੇ। ਉਹ ਮਿਲ ਜਾਵੇ, ਉਹ ਮਿਲਿਆ, ਉਹ ਆਟੋਮੈਟਿਕਲੀ ਸਾਹ ਛੱਡ ਜਾਂਦੇ ਬਹੁਤੇ। ਅੱਛਾ, ਉਹਨਾਂ ਨੂੰ ਮਤਲਬ ਦਿਸਦਾ ਆ ਕੋਈ ਬੰਦਾ ਸਭ ਕੁਝ ਦੇਦਾ ਦੂਸਰੀ ਦੁਨੀਆ ਦਾ, ਮਤਲਬ ਉਹਨਾਂ ਦੀ ਹੋਸ਼ ਓਵਰ 2-3,000% is more evoluted consciousness। ਉਹਨਾਂ ਦੀ ਹੋਸ਼ ਬਹੁਤ ਤੇਜ਼ ਹੁੰਦੀ ਹੈ। ਅਸੀਂ ਕਹਿੰਦੇ ਉਹ ਬੋਲ ਨਹੀਂ ਸਕਦੇ, don't trodden, ਨਹੀਂ, it's really opposite। okay, ਉਹ ਬਹੁਤ ਹੋਸ਼ ਹੁੰਦੀ ਹੈਗੀ ਹੈ। ਮੈਂ ਤਾਂ ਆਪਣੇ ਐਕਸਪੀਰੀਅੰਸ ਤੋਂ ਦੱਸਦਾ, I've been a hypnotist for over 45 years। So I took people back 10, 20, 30, 50 lifetimes। oh wow, ਪਿਛਲੇ ਜਨਮਾਂ ਦੀ ਖੋਜ ਕਰਨੀ। ਤੁਸੀਂ ਤਾਂ ਸਟੋਰੀਆਂ ਸੁਣਦੇ ਆ ਵੀ ਕੋਈ ਪਿੱਛੇ ਹੋਇਆ, ਅਸੀਂ ਇੱਥੇ ਕਰਦੇ ਆ ਕੰਮ। ਕਿਉਂ? ਅਸੀਂ ਉਹਨਾਂ ਦੇ ਕਰਮ ਦੇਖਣੇ, ਕੀ ਕਰਮ ਹੈ, ਉਹ ਕਾਦੇ ਲਈ ਜਨਮ ਲਿਆ ਉਹਨਾਂ ਨੇ। ਜਦੋਂ ਉਹਨਾਂ ਦਾ ਕੰਮ ਪੂਰਾ ਹੋ ਗਿਆ ਧਰਤੀ ਤੇ, they're not going to stay here। It's finished। It's a better life on the other side। ਇੱਥੇ ਤਾਂ ਇੱਕ ਤਰ੍ਹਾਂ ਦੁੱਖਾਂ ਦੀ ਵੰਡਾਂ ਆ। ਤੁਸੀਂ ਇੰਨਾ ਸੀਰੀਅਸ ਟੌਪਿਕ ਜਿਹਦੇ ਬਾਰੇ ਅਸੀਂ ਗੱਲ ਹੀ ਨਹੀਂ ਕਰਨਾ ਚਾਹੁੰਦੇ, ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਇੰਨਾ ਕੰਫਰਟੇਬਲ ਕਰ ਦਿੱਤਾ ਮੈਨੂੰ ਨਾ, ਇਸ ਸਾਰੇ ਕਨਸੈਪਟ ਨੂੰ ਸਮਝਣ ਵਿੱਚ ਮੈਨੂੰ ਇੰਨੀ ਹੁਣ ਆਸਾਨੀ ਇੱਕ ਕਿਸਮ ਦੀ ਹੋਈ ਹੈ ਕਿ ਜਦੋਂ ਸੋਲ ਦਾ ਤੁਹਾਡੇ ਨਾਲ ਲੈਣਾ ਦੇਣਾ ਖਤਮ ਹੋ ਗਿਆ, ਉਹਨਾਂ ਨੇ ਜਿਹੜੇ ਪਰਪਸ ਵਾਸਤੇ ਸੋਲ ਨੇ ਜਨਮ ਲਿਆ ਸੀ, ਉਹ ਉਹਨਾਂ ਨੇ ਇੱਕ ਬਾਡੀ ਦੇ ਵਿੱਚ ਇੱਕ ਜਾਮਾ ਪਹਿਨਿਆ ਸੀ ਬਾਡੀ ਦਾ, ਉਹ ਜਦੋਂ ਉਹਨਾਂ ਦਾ ਸੋਲ ਪਰਪਸ ਪੂਰਾ ਹੋ ਗਿਆ, ਉਹਨਾਂ ਦੇ ਜਾਣ ਦਾ ਟਾਈਮ ਆ ਗਿਆ, ਬਜਾਏ ਰੋਣ ਦੇ ਸਾਨੂੰ ਉਹਨਾਂ ਨੂੰ ਸੋਹਣੀ ਤਰ੍ਹਾਂ ਉਹਨਾਂ ਨਾਲ ਗੱਲਾਂ ਕਰਨੀਆਂ ਚਾਹੀਦੀਆਂ, ਪਿਆਰ ਨਾਲ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਕੀ ਤੁਸੀਂ ਫੀਲ ਕਰਦੇ ਹੋ, ਕਿਹੜੀਆਂ ਗੱਲਾਂ ਵਾਸਤੇ ਤੁਸੀਂ ਪ੍ਰਾਊਡ ਫੀਲ ਕਰਦੇ ਹੋ। ਆਈ ਸੈਡ ਦੈਟ ਆਲ ਦੈਟ ਟੂ ਮਾਈ ਮਦਰ। ਇਹ ਪ੍ਰਾਹੁਣਚਾਰੀ ਹੈ। ਹਾਂ, ਅਸੀਂ ਵਿਜ਼ਿਟਰ ਹਾਂ ਇੱਥੇ। ਵਿਜ਼ਿਟਰ, ਯੈਸ। ਪਹਿਲਾਂ ਕਿਹਾ ਪਾਸਰ ਬਾਇਜ਼, ਯੈਸ। ਅਸੀਂ ਵਿਜ਼ਿਟਿੰਗ ਕਰਨ ਆਏ ਹਾਂ। ਯੈਸ। ਤੇਰੀ ਯਾਤਰਾ ਪੂਰੀ ਹੋ ਗਈ, ਤੂੰ ਇੱਥੇ ਕੀ ਕਰਨਾ? ਯੈਸ। ਯੂ ਨੋਟ ਗੋਇੰ ਟੂ ਸਟੇ ਹੇਅਰ। ਯਾ, ਹੈਡ ਇਨਫ ਆਫ ਦਿਸ। ਹੁਣ ਮੈਂ ਆਪਣੀ ਗੱਲ ਕਰ ਸਕਦਾ, ਮੈਂ ਰੋਜ਼ ਕਹਿੰਦਾ ਮੇਰਾ ਲਾਸਟ ਡੇ ਹੈ। ਆਈ ਐਮ ਹੈਪੀ।
Oh yes. Yeah. ਸਵੇਰ ਨੂੰ ਜਾਗ ਆਈ, ਠੀਕ ਹੈ, ਨਹੀਂ ਆਈ, ਆਈ ਨੋ ਵੇਅਰ ਆਮ ਗੋਇੰ ਟੂ ਗੋ। Yes. ਹੁਣ ਇਹ ਗਿਆਨ ਹੈ। Yes. ਤੁਸੀਂ ਅੰਤਰਮੁਖੀ ਹੋਵੋ, ਅੰਦਰ ਝਾਤੀ ਮਾਰੋ। ਐਡਾ ਵੱਡਾ ਦੇਵਤਾ ਹੈ ਤੁਸੀਂ ਇੱਕ ਪਰਮਾਤਮਾ ਦੇ ਰੂਪ ਹੈ। Yes. ਤੁਹਾਤੋਂ ਉੱਚਾ ਰੂਪ ਪਰਮਾਤਮਾ ਦਾ ਹੈ ਨਹੀਂ ਹੋ। ਅਸੀਂ ਬਾਹਰ ਲੱਭਦੇ ਫਿਰਦੇ ਹਾਂ, ਪਰ ਤੁਸੀਂ ਦੇਵਤੇ ਹੈ। ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ, ਨੇਤ ਨੇਤ ਮੁਖ ਚਾਰ ਬਤਾਇਓ। ਉਹ ਵੀ ਤੇਰੇ ਅੰਦਰੇ ਬੈਠਾ, ਬ੍ਰਹਮਾ ਵੀ ਵਿਸ਼ਨੂੰ ਵੀ। ਦਰਸ਼ਨ ਕਰ ਲਓ। ਹੋਲਡ ਦੈਟ ਥਾਟ, ਦਰਸ਼ਨ ਕਰ ਲਓ। ਜੀ ਹਾਂ, ਆਪਣੇ ਆਪ ਨਾਲ ਜੁੜੋ, ਕਿਉਂਕਿ ਰੱਬ ਤੁਹਾਡੇ ਅੰਦਰ ਹੈ। ਇਸੇ ਗੱਲਬਾਤ ਨੂੰ ਆਪਾਂ ਅਗਲੇ ਪ੍ਰੋਗਰਾਮ ਵਿੱਚ ਜਾਰੀ ਰੱਖਾਂਗੇ। ਐਂਡ ਅੱਜ ਦੇ ਪ੍ਰੋਗਰਾਮ ਦਾ ਟਾਈਮ ਹੁਣ ਖਤਮ ਹੋ ਰਿਹਾ ਹੈ। ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਪ੍ਰਕਾਸ਼ ਜੀ, ਜਾਣਾ ਨਹੀਂ ਕਿਤੇ, ਬਟ ਆਡੀਅנס ਤੋਂ ਆਪਾਂ ਜ਼ਰੂਰ ਇਜਾਜ਼ਤ ਲਵਾਂਗੇ। ਹੋ ਸਕਦਾ ਹੈ ਕਿ ਸਾਡੀ ਇਹ ਛੋਟੀ ਜਿਹੀ ਕੋਸ਼ਿਸ਼ ਇਸ ਕਨਸੈਪਟ ਨੂੰ ਸਮਝਣ ਦੇ ਬਾਰੇ, ਇਸ ਵਿੱਚ ਅਸੀਂ ਕਾਮਯਾਬ ਹੋਏ ਹੋਵਾਂਗੇ, ਤੁਹਾਨੂੰ ਕੁਝ ਸਮਝ ਲੱਗੀ ਹੋਏਗੀ। ਕੋਈ ਵੀ ਸਵਾਲ ਹੋਏ, ਇਹਨਾਂ ਦਾ ਨੰਬਰ ਵੀ ਸਕਰੀਨ ਤੇ ਹੈ, ਸਾਡਾ ਨੰਬਰ ਵੀ ਸਕਰੀਨ ਤੇ ਹੈ। ਪਲੀਜ਼ ਕਾਲ ਅਸ, ਯੂ ਆਰ ਨਾਟ ਅਲੋਨ। ਹੈਵ ਅ ਗ੍ਰੇਟ ਡੇ।